ਆਓ ਜੀ, ਅਦਬ ਸਤਿਕਾਰ ਸਹਿਤ ਗੁਰਮਤਿ ਵਿਚਾਰ ਨਾਲ ਜੁੜਦੇ ਹਾਂ। ਜਿਵੇਂ ਕਿ ਆਪਾਂ ਕੱਲ ਜ਼ਿਕਰ ਕਰ ਰਹੇ ਸੀ ਭਗਤ ਧੰਨਾ ਜੀ ਦੇ ਸਬੰਧ ਵਿੱਚ, ਤੇ ਉਸ ਦੀ ਗਲੇਰੀ ਵਿਚਾਰ ਜਿਹੜੀ ਹੈ ਵੀ ਇਹ ਭਰਮ ਪੈਦਾ ਕਿਉਂ ਹੁੰਦੇ ਆ, ਇਸ ਤਰ੍ਹਾਂ ਦੇ ਭਰਮ ਕਿਵੇਂ, ਕਿਉਂਕਿ ਜਦੋਂ ਬਾਣੀ ਦੀ ਗੱਲ ਕਰਦੇ ਹਾਂ ਜਾਂ ਅਸੀਂ ਬਾਣੀ ਰਚਨਕਾਰਾਂ ਦੀ ਗੱਲ ਕਰਦੇ ਹਾਂ ਤਾਂ ਉਹ ਤਾਂ ਸੱਚੀ ਮੁੱਚੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਔਰ ਇਹਨਾਂ ਸਾਰੇ ਭਰਮਾਂ ਤੋਂ ਸਮਾਜ ਨੂੰ ਬਾਹਰ ਕੱਢਣ ਦੀ ਗੱਲ ਕਰਦੇ ਆ। ਪਰ ਬਾਵਜੂਦ ਇਹਦੇ ਇਹ ਸਾਰੀਆਂ ਚੀਜ਼ਾਂ ਜੁੜ ਜਾਣੀਆਂ, ਇਹ ਸਾਰੀਆਂ ਚੀਜ਼ਾਂ ਦਾ ਉੱਥੇ ਆ ਜਾਣਾ, ਉਹ ਬਹੁਤ ਧਿਆਨ ਮੰਗਦਾ ਹੁੰਦਾ। ਸੋ ਆਓ ਆਪਾਂ ਸਾਰੇ ਇਸ ਵਿਸ਼ੇ ਦੀ ਇੱਕ ਜਿਹੜੀ ਅਹਿਮ ਲੜੀ ਹੈ ਵੀ ਇਹ ਚੀਜ਼ਾਂ ਸਾਡੇ 'ਚ ਪੈਦਾ ਕਿਵੇਂ ਹੋਈਆਂ, ਉਹਦਾ ਇੱਕ ਪੱਖ ਤੁਹਾਡੇ ਨਾਲ ਵਿਚਾਰਨਾ ਜ਼ਰੂਰੀ ਹੈ। ਸ਼ਾਇਦ ਅਸੀਂ ਸਹੀ ਤੱਤ ਤੱਕ, ਜਿਹੜੀ ਸਹੀ ਗੁਰਮਤ ਦੀ ਗੱਲ ਆ ਵੀ ਉਦੋਂ ਤੱਕ ਪਹੁੰਚ ਕਰ ਸਕਾਂਗੇ। ਵਿਚਾਰ ਆਰੰਭਣ ਤੋਂ ਪਹਿਲਾਂ ਆਓ ਪਿਆਰ ਸਹਿਤ ਸਾਰੇ ਗੁਰੂ ਬਖਸ਼ਿਸ਼ ਦੁਹਰਾਉਂਦੇ ਹਾਂ। ਪਿਆਰ ਨਾਲ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਜੀ ਦੀ ਇੱਕ ਰਚਨਾ ਆ ਜਿਹਦਾ ਕਰਕੇ ਇਹ ਭੁਲੇਖੇ ਜਿਹੜੇ ਆ ਉਹ ਪਾਏ ਗਏ। ਜਿਵੇਂ ਆਪਾਂ ਕੱਲ ਜ਼ਿਕਰ ਕੀਤਾ ਸੀ, ਬਾਣੀ ਦੇ ਪੱਖ ਜਦੋਂ ਅਸੀਂ ਵੇਖਦੇ ਹਾਂ ਤੇ ਬਾਣੀ ਜਿਹੜੀ ਹੈ ਉਹ ਪੂਜਣ ਵਾਲੇ ਨੂੰ ਮੂਰਖ ਮੰਨਦੀ ਹੈ ਜਾਂ ਪੱਥਰ ਪੂਜਣ ਵਾਲੇ ਨੂੰ ਅਗਿਆਨੀ ਦੱਸਦੀ ਹੈ। ਤੇ ਭਗਤ ਧੰਨਾ ਜੀ ਖੁਦ ਵੀ ਇਹਨਾਂ ਚੀਜ਼ਾਂ ਤੇ ਭਰੋਸਾ ਨਹੀਂ ਰੱਖਦੇ, ਕਿਉਂਕਿ ਉਹ ਵੀ ਗੱਲ ਜਿਹੜੀ ਆ ਉਹ ਨਹੀਂ ਚੱਲਦੀ ਉੱਥੇ। ਤੇ ਜਦੋਂ ਉਹ ਪੱਥਰ ਪੂਜਕ ਦੀ ਗੱਲ ਨਹੀਂ ਚੱਲਦੀ ਤਾਂ ਸੁਭਾਵਿਕ ਗੱਲ ਹੁੰਦੀ ਹੈ ਸਾਡੀ ਚੀਜ਼ਾਂ ਨੂੰ ਧਿਆਨ ਨਾਲ ਸਮਝ ਲੈਣ ਦੀ ਲੋੜ ਹੁੰਦੀ ਆ। ਤੇ ਤੁਹਾਡੇ ਸਾਹਮਣੇ ਇੱਕ ਗੱਲ ਜਿਹੜੀ ਵੀ ਇਸ ਤਰ੍ਹਾਂ ਦੇ ਭਰਮ ਜਿਹੜੇ ਆ ਜਾਂ ਇਸ ਤਰ੍ਹਾਂ ਦੇ ਜਿਹੜੇ ਭੁਲੇਖੇ ਆ ਉਹ ਪੈਦਾ ਕਿਵੇਂ ਹੋ ਜਾਂਦੇ ਆ, ਜਾਂ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਆ ਕਿਵੇਂ ਜਾਂਦੀਆਂ। ਜਿਹੜੇ ਸਾਡੇ ਕੁਝ ਪ੍ਰਚਾਰਕ ਵੀਰਾਂ ਨੇ ਜਾਂ ਕੁਝ ਬਾਣੀ ਦੀ ਵਿਆਖਿਆਕਾਰਾਂ ਨੇ ਜਾਂ ਕੁਝ ਜਿਹੜੇ ਸੰਪਰਦਾਇ ਦੇ ਨਾਲ ਜਿਹੜੇ ਆ ਸੰਪਰਦਾਇਕ ਵਿਚਾਰਧਾਰਾ ਨਾਲ ਸੰਬੰਧ ਰੱਖਦੇ ਆ ਵੀ ਉਹਨਾਂ ਚੀਜ਼ਾਂ ਸਮਝਣ ਵਿੱਚ ਜਿਹੜੀ ਉਹ ਮੁਸ਼ਕਲ ਬਣੂਗੀ, ਜਾਂ ਜਿਹੜਾ ਬੰਦਾ ਲਿੰਕ ਨਾਲ ਟੁੱਟ ਜੂਗਾ ਤੇ ਉਹਨੂੰ ਉਹਦੇ ਨਾਲ ਜਿਹੜਾ ਸੰਬੰਧ ਉਹਦਾ ਬਣਨਾ ਨਹੀਂ। ਸੋ ਪੌੜੀ 10 ਨੰਬਰ ਵਾਰ ਤੇ 13 ਨੰਬਰ ਪੌੜੀ ਹੈ। ਪੌੜੀ ਵਿੱਚ ਜਿਹੜੀ ਗੱਲ ਕਰਦੇ ਆ ਭਗਤ ਧੰਨਾ ਜੀ ਦੇ ਸੰਬੰਧ ਵਿੱਚ, ਉਹ ਹੈਗੀ ਆ ਧੰਨੇ ਡਿੱਠਾ ਚੱਲ ਤੇ ਪੁੱਛੇ ਬਾਹਮਣ ਆਖ ਸੁਣਾਵੇਂ, ਠਾਕੁਰ ਦੀ ਸੇਵਾ ਕਰੇ ਜੋ ਇੱਛੈ ਸੋਈ ਫਲ ਪਾਵੇ, ਧੰਨਾ ਕਰਦਾ ਜੋਦੜੀ ਮੈਂ ਵੀ ਦੇ ਇੱਕ ਜੇ ਤੁਧ ਭਾਵੇ, ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛੁਡਾਵੇ। ਜਿਹੜੀ ਗੱਲ ਭੁਲੇਖਾ ਪੈਦਾ ਕਰਦੀ ਹੈ, ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛੁਡਾਵੇ, ਇੱਕ ਪੱਥਰ ਲਪੇਟ ਕੇ ਦਿੱਤਾ। ਠਾਕੁਰ ਨੂੰ ਨਵਾਲ ਕੈ ਸ਼ਾਹ ਰੋਟੀ ਲੈ ਭੋਗ ਚੜਾਵੇ, ਹੱਥ ਜੋੜ ਮਿੰਤਾਂ ਕਰੇ ਪੈਰੀ ਪੈ ਪੈ ਬਹੁਤ ਮਨਾਵੇ, ਹਉ ਪੀ ਮੂੰਹ ਨਾ ਜੁਠਾਲਸਾਂ ਤੂੰ ਰੁੱਠਾ ਮੈਂ ਕਿਹ ਨਾ ਸੁਖਾਵੇ, ਗੁਸਾਈ ਪ੍ਰਤੱਖ ਹੋਏ ਰੋਟੀ ਖਾਏ ਸ਼ਾਹ ਮੂੰਹ ਲਾਵੇ, ਭੋਲਾ ਭਾਓ ਗੋਬਿੰਦ ਮਿਲਾਵੇ। ਇਹ ਪੌੜੀ ਹੈ ਭਾਈ ਗੁਰਦਾਸ ਜੀ ਦੀ। ਇਹਦੇ ਤੋਂ ਸਪਸ਼ਟ ਹੁੰਦਾ ਆ ਵੀ ਕਈ ਥਾਵਾਂ ਤੇ ਇਹ ਗੱਲ ਜਿਹੜੀ ਹੈ ਅਸੀਂ ਵੀ ਇਨ ਬਿਨ ਮੰਨ ਲਈ ਗਈ, ਕਿਉਂਕਿ ਆਲੇ ਦੁਆਲੇ ਵਿੱਚ ਸਾਖੀ ਪ੍ਰਚਲਿਤ ਸੀ, ਨਾਲ ਹਵਾਲਾ ਜਦੋਂ ਭਾਈ ਗੁਰਦਾਸ ਜੀ ਦਾ ਦਿੱਤਾ ਗਿਆ ਤਾਂ ਸੁਭਾਵਿਕ ਗੱਲ ਹੁੰਦੀ ਹੈ ਵੀ ਭਾਈ ਗੁਰਦਾਸ ਜੀ ਦਾ ਹਵਾਲਾ ਦੇਣ ਨਾਲ ਬਹੁਤ ਸਾਰੇ ਵੀਰ ਭੈਣਾਂ ਵੀ ਇਸ ਗੱਲ ਨਾਲ ਸਹਿਮਤ ਹੋ ਜਾਂਦੇ ਆ ਵੀ ਭਾਈ ਗੁਰਦਾਸ ਜੀ ਨੇ ਲਿਖਿਆ ਆ ਤਾਂ ਫਿਰ ਇਹ ਗੱਲ ਠੀਕ ਹੋਣੀ ਹੈ। ਪਰ ਇਹ ਧਿਆਨ ਵਿੱਚ ਰੱਖੋ ਵੀ ਭਾਈ ਗੁਰਦਾਸ ਜੀ ਕੋਈ ਵੀ ਉਹ ਗੱਲ ਨਹੀਂ ਲਿਖ ਸਕਦੇ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਅਕੋਰਡਿੰਗ ਨਹੀਂ, ਜਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਖਰੀ ਨਹੀਂ ਉਤਰਦੀ। ਸੋ ਇਹ ਗੱਲ ਨੂੰ ਅਸੀਂ ਅੱਜ ਸਮਝਾਂਗੇ ਤੇ ਮੈਨੂੰ ਲੱਗਦਾ ਸ਼ਾਇਦ ਸਾਡਾ ਭੁਲੇਖਾ ਜਿਹੜਾ ਆ ਉਹ ਬਹੁਤ ਛੇਤੀ ਦੂਰ ਹੋ ਸਕਦਾ ਹੈ ਇਮਾਨਦਾਰੀ ਨਾਲ, ਜੇ ਅਸੀਂ ਇਸ ਪੌੜੀ ਨੂੰ ਸਮਝਦੇ ਹਾਂ। ਤੇ ਜਦੋਂ ਵੀ ਤੁਸੀਂ ਬਾਣੀ ਪੜ੍ਹਦੇ ਆ ਜਾਂ ਤੁਸੀਂ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਨੂੰ ਪੜ੍ਹਦੇ ਆ ਜਾਂ ਪੌੜੀ ਜਦੋਂ ਕਿਤੇ ਪੜ੍ਹੀ ਜਾਂਦੀ ਹੈ ਤਾਂ ਆਮ ਕਰਕੇ ਬਾਣੀ ਵਿਚਲੀਆਂ ਪੌੜੀਆਂ ਵੀ ਉਹਨਾਂ ਦਾ ਜਿਹੜਾ ਥੋਟ ਹੁੰਦਾ ਹੈ ਉਹ ਅਖੀਰਲੀਆਂ ਪੰਕਤੀਆਂ ਵਿੱਚ ਹੋਇਆ ਕਰਦਾ
ਜਾਂ ਉਹਦੀ ਕੋਈ ਇੱਕ ਪੰਕਤੀ ਪੌੜੀ ਦੀ ਹੁੰਦੀ ਹੈ ਜਿਹੜੇ ਦੇ ਆਲੇ ਦੁਆਲੇ ਉਹ ਸਾਰੀ ਪੌੜੀ ਘੁੰਮ ਰਹੀ ਹੁੰਦੀ ਹੈ। ਮਤਲਬ ਇੱਕ ਮੇਨ ਪੱਖ ਜਿਹੜਾ ਉਹਦਾ ਕੇਂਦਰੀ ਰੋਲ ਹੈ, ਜਿਹੜਾ ਉਹਦਾ ਕੇਂਦਰੀ ਸਥਾਨ ਹੈ, ਉਹ ਕੇਂਦਰੀ ਵਿਚਾਰ ਹੈ ਜਿਹੜੀ ਉਹਦੇ ਇੱਕ ਪੰਕਤੀ ਵਿੱਚ ਹੋਇਆ ਕਰਦੀ ਹੈ। ਤੇ ਸਾਨੂੰ ਸਾਰਾ ਜ਼ੋਰ ਦੇ ਕੇ ਉਹਨੂੰ ਸਮਝਣ ਦੀ ਲੋੜ ਪੈਂਦੀ ਹੈ। ਜਦੋਂ ਸਾਡੇ ਸਾਹਮਣੇ ਵੀ ਇਹ ਭਾਈ ਗੁਰਦਾਸ ਜੀ ਦੀ ਪੌੜੀ ਜਦੋਂ ਗੱਲ ਕਿਤੇ ਕਰੀਦੀ ਸੀ ਤੇ ਅਗਲੇ ਕਹਿੰਦੇ ਸੀ ਭਾਈ ਗੁਰਦਾਸ ਜੀ ਨੇ ਲਿਖਿਆ ਆ, ਤਾਂ ਉਹ ਅਰਥ ਜਿਹੜੇ ਨੇ ਉਹ ਵੀ ਕਿਤੇ ਨਾ ਕਿਤੇ ਸੇਮ ਜਿਹੜੇ ਆ ਡਿਟੋ ਇਦਾਂ ਹੀ ਲਿਖੇ ਹੁੰਦੇ ਆ, ਕਿਉਂਕਿ ਜ਼ਰੂਰੀ ਨਹੀਂ ਵੀ ਹਰ ਬੰਦੇ ਦੇ ਸਮਝ ਵਿੱਚ ਜਿਹੜੀ ਉਹ ਸਾਰੀ ਗੱਲ ਆਵੇ। ਤਾਂ ਅਸੀਂ ਜਦੋਂ ਇਸ ਪੌੜੀ ਨੂੰ ਕਾਲਜ ਵਿੱਚ ਬੈਠ ਕੇ ਵਿਚਾਰਿਆ ਜਾਂ ਸਮਝਿਆ, ਤੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਸੁਖਵਿੰਦਰ ਸਿੰਘ ਜੀ, ਜਿਨ੍ਹਾਂ ਨੂੰ ਅਸੀਂ ਐਂ ਕਹਿ ਸਕਦੇ ਹਾਂ ਵੀ ਬਾਣੀ ਦਾ ਕੋਈ ਵੀ ਪੱਖ ਅਸੀਂ ਜਦੋਂ ਵਿਚਾਰਨਾ ਹੋਵੇ ਤਾਂ ਅਸੀਂ ਉਹਨਾਂ ਨਾਲ ਬੈਠ ਕੇ ਉਹਦੀ ਚਰਚਾ ਕਰਦੇ ਹਾਂ। ਤਾਂ ਉਹ ਹੁਣ ਤੱਕ ਜੇ ਅਸੀਂ ਕਾਲਜ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਲਗਭਗ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਕੰਪਲੀਟ ਜਿਹੜੀ ਆ ਉਹ 19-20 ਵਾਰ ਗੁਰੂ ਗ੍ਰੰਥ ਸਾਹਿਬ ਦੀ ਅੱਖਰ ਟੂ ਅੱਖਰ ਸੰਥਿਆ ਬੱਚਿਆਂ ਨੂੰ ਕਰਾਈ ਹੈ। ਤੇ ਇਸ ਕਰਕੇ ਉਹਨਾਂ ਦਾ ਆਪਣਾ ਵੀ ਬਾਣੀ ਦਾ ਪੱਖ ਬਹੁਤ ਜਿਹੜਾ ਉਹ ਸੱਚੀ ਮੁੱਚੀ ਪਾਵਰਫੁਲ ਆ। ਵੀ ਬਾਣੀ ਦੇ ਪੱਖ ਤੋਂ ਬਹੁਤ ਅਸੀਂ ਸਾਰੇ ਜਿੰਨੇ ਵੀ ਪੜਾਉਣ ਵਾਲੇ ਵੀਰ ਆ, ਜਦੋਂ ਵੀ ਕਿਸੇ ਪੱਖ ਤੋਂ ਬਾਣੀ ਦੀ ਗੱਲ ਕਰਨੀ ਹੋਵੇ ਤਾਂ ਅਸੀਂ ਉਹਨਾਂ ਨਾਲ ਚਰਚਾ ਕਰਦੇ ਹਾਂ। ਤਾਂ ਜਦੋਂ ਉਹਨਾਂ ਨਾਲ ਇਸ ਪੌੜੀ ਨੂੰ ਬੈਠ ਕੇ ਵਿਚਾਰਿਆ ਤਾਂ ਉਹਨਾਂ ਨੇ ਫਿਰ ਇਸ ਪੌੜੀ ਤੇ ਅਸੀਂ ਸਾਰੀ ਜਦੋਂ ਚਰਚਾ ਕੀਤੀ ਤਾਂ ਉਹਨਾਂ ਨੇ ਅਹਿਮ ਇਸ ਪੌੜੀ ਦਾ ਆ ਉਹ ਇੱਕ ਪੰਕਤੀ ਵਿੱਚ ਜਿਹੜਾ ਸਾਡੇ ਧਿਆਨ ਵਿੱਚ ਲਿਆਂਦਾ, ਔਰ ਅਸੀਂ ਸਾਰੇ ਨੂੰ ਜਦੋਂ ਵੇਖਿਆ ਇਸ ਤਰ੍ਹਾਂ ਨਾਲ ਤਾਂ ਸੱਚੀ ਮੁੱਚੀ ਸਪਸ਼ਟ ਹੋਈ ਗੱਲ ਵੀ ਗੱਲ ਜਿਹੜੀ ਉਹ ਹੋਰ ਚੱਲਦੀ ਹੈ, ਪਰ ਵਿਆਖਿਆ ਉਹਦੀ ਹੋਰ ਤਰ੍ਹਾਂ ਨਾਲ ਕਰ ਦਿੱਤੀ ਗਈ ਹੈ। ਉਹ ਹੈਗਾ ਆ ਜਿੱਥੇ ਗੱਲ ਚੱਲਦੀ ਹੈ ਨਾ ਵੀ ਧੰਨਾ ਜੀ ਜਿਹੜੇ ਆ ਉਹ ਉੱਥੇ ਗਊਆਂ ਚਾਰਨ ਜਾਂਦੇ ਆ ਤੇ ਬ੍ਰਾਹਮਣ ਉੱਥੇ ਪੂਜਾ ਕਰਦਾ ਆ ਪੱਥਰਾਂ ਦੀ। ਹੁਣ ਸਾਰੀ ਗੱਲ ਨੂੰ ਧਿਆਨ ਨਾਲ ਥੋੜਾ ਜਿਹਾ ਵੇਖਿਓ। ਬਾਹਮਣ ਪੂਜੇ ਦੇਵਤੇ ਧੰਨਾ, ਗਊ ਚਰਾਵਣ ਆਵੇ। ਧੰਨਾ ਜੀ ਉੱਥੇ ਗਾਵਾਂ ਚਾਰਨ ਆਉਂਦੇ ਆ। ਧੰਨੇ ਡਿੱਠਾ ਚਲਤ ਇਹ ਪੁੱਛੇ ਬਾਹਮਣ ਆਖ ਸੁਣਾਵੇ। ਧੰਨਾ ਜੀ ਨੇ ਇਹ ਚਲਤ ਰੋਜ਼ ਉਹ ਵੇਂਦੇ ਆ ਵੀ ਇਹ ਠੀਕ ਨਹੀਂ ਹੈ ਜਾਂ ਇਹ ਕਰਮ ਕਾਂਡ ਹੋ ਰਿਹਾ ਹੈ ਜਾਂ ਇਹਦੇ ਕੋਈ ਅਰਥ ਨਹੀਂ ਬਣਦੇ, ਤਾਂ ਉੱਥੇ ਚਰਚਾ ਜ਼ਰੂਰ ਕਰਦੇ ਆ। ਜਦੋਂ ਚਰਚਾ ਕਰਦੇ ਆ ਉੱਥੇ ਤੇ ਉਸ ਚਰਚਾ ਦੇ ਵਿੱਚ ਧੰਨਾ ਜੀ ਜਿਹੜੇ ਆ ਫਿਰ ਉਹ ਪੁੱਛਦੇ ਆ, ਪੁੱਛੇ ਬਾਹਮਣ ਆਖ ਸੁਣਾਵੇਂ। ਉਹ ਪੰਡਤ ਜਿਹੜਾ ਰੋਜ਼ ਉਹ ਪੂਜਾ ਕਰਦਾ ਉਹਨੂੰ ਪੁੱਛਦੇ ਨੇ, ਤੇ ਜਦੋਂ ਉਹਨੂੰ ਪੁੱਛਦੇ ਆ ਤੇ ਉਹ ਫਿਰ ਅੱਗੋਂ ਆਪਣੀ ਗੱਲ ਜਿਹੜੀ ਆ ਉਹ ਕਹਿੰਦਾ ਆ, ਠਾਕੁਰ ਦੀ ਸੇਵਾ ਕਰੇ ਜੋ ਇੱਛੇ ਸੋਈ ਫਲ ਪਾਵੇ। ਮੈਂ ਠਾਕੁਰ ਦੀ ਸੇਵਾ ਕਰਦਾ, ਠਾਕੁਰ ਮਤਲਬ ਮੇਰੇ ਭਗਵਾਨ ਨੇ, ਮੈਂ ਇਹਨਾਂ ਦੀ ਸੇਵਾ ਕਰਦਾ ਆ। ਇਹਨਾਂ ਦੀ ਸੇਵਾ ਮੈਂ ਤਾਂ ਕਰਦਾ ਕਿਉਂਕਿ ਜੋ ਇੱਛਾ ਰੱਖਦਾ ਉਹ ਫਲ ਮੈਨੂੰ ਇੱਥੋਂ ਜਿਹੜਾ ਉਹ ਪ੍ਰਾਪਤ ਹੁੰਦਾ ਹੈ। ਧੰਨਾ ਕਰਦਾ ਜੋਦੜੀ ਮੈਂ ਵੀ ਦੇ ਇੱਕ। ਹੁਣ ਇਹ ਗੱਲ ਧਿਆਨ 'ਚ ਰੱਖੋ ਵੀ ਜਿਹੜੀ ਬਾਣੀ ਪੱਥਰ ਪੂਜਕਾਂ ਦੇ ਵਿਰੋਧ ਵਿੱਚ ਹੈ, ਉਸ ਬਾਣੀ ਦਾ ਇੱਕ ਰਚਨਹਾਰ ਕਿਸੇ ਬ੍ਰਾਹਮਣ ਤੋਂ ਪੱਥਰ ਕਿਉਂ ਮੰਗੂਗਾ? ਸਵਾਲ ਇਹ ਹੈ। ਬਸ ਆਹ ਨੁਕਤਾ ਜਦੋਂ ਸਮਝ ਵਿੱਚ ਆਊਗਾ ਤੇ ਸਮਝ ਵਿੱਚ ਆਉਣੀ ਹੈ। ਕਿਉਂਕਿ ਭਗਤ ਧੰਨਾ ਜੀ ਜਾਂ ਸਮੁੱਚੀ ਬਾਣੀ ਸਾਡੀ ਜਿਹੜੀ ਹੈ ਉਹ ਕੱਲ ਆਪਾਂ ਸਾਰੀ ਚਰਚਾ ਉਹਦੇ ਤੇ ਕਰ ਚੁੱਕੇ ਹਾਂ ਕੱਲ ਦੇ ਪਾਰਟ ਨਾਲ। ਜਿਹੜੇ ਜਿਨ੍ਹਾਂ ਨੇ ਨਹੀਂ ਸੁਣਿਆ ਉਹ ਫਿਰ ਇਹਦੇ ਤੋਂ ਪਹਿਲਾਂ ਇਸੇ ਪ੍ਰੋਫਾਈਲ ਤੇ ਜਾ ਕੇ ਕੱਲ ਵਾਲਾ ਪਾਰਟ ਸੁਣੋਗੇ ਤਾਂ ਪੱਥਰ ਪੂਜਣ ਬਾਰੇ ਜਾਂ ਪੱਥਰਾਂ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੀ ਮੰਨਦੀ ਹੈ ਉਹ ਅਸੀਂ ਪੱਖ ਉੱਥੇ ਸਪਸ਼ਟ ਕਰ ਚੁੱਕੇ ਹਾਂ। ਹੁਣ ਧੰਨਾ ਕਰਦਾ ਜੋਦੜੀ, ਧੰਨਾ ਜੋਦੜੀ ਕਰਦਾ ਆ ਵੀ ਮੈਨੂੰ ਵੀ ਇੱਕ ਦੇ, ਪੱਥਰ ਨਹੀਂ ਮੰਗ ਸਕਦੇ ਹੋ। ਫਿਰ ਇੱਕ ਕੀ ਹੈ? ਹੁਣ ਇਹ ਵੇਖੋ ਵੀ ਬਾਣੀ ਦੇ ਰਚਨਹਾਰਾਂ ਦਾ ਇੱਕ ਕੀ ਹੈ, ਸਪਸ਼ਟ ਹੋ ਜੂਗੀ ਗੱਲ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਦੋਂ ਇੱਕ ਦੀ ਗੱਲ ਚੱਲਦੀ ਹੈ ਤਾਂ ਉਦੋਂ ਇੱਕ ਦੀ ਗੱਲ ਚੱਲਦੀ ਹੈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ। ਉਹ ਜਰੇ ਜਰੇ ਚ ਵਸਿਆ ਰੱਬ, ਅਕਾਲ ਪੁਰਖ ਵਾਹਿਗੁਰੂ ਦੀ ਗੱਲ ਜਿਹੜੀ ਆ ਉਹ ਬਾਣੀ ਵਿੱਚ ਚੱਲਦੀ ਹੈ। ਹੁਣ ਜਦੋਂ ਇੱਥੇ ਇੱਕ ਮੰਗਣ ਦੀ, ਮੰਨ ਲਓ ਜੇ ਰਚਨਹਾਰ ਗੱਲ ਕਰਨਗੇ ਕਿਸੇ ਨਾਲ ਵੀ ਮੈਨੂੰ ਇੱਕ ਦਿਓ, ਪੱਥਰ ਥੋੜੀ ਮੰਗਣਗੇ ਜਾਂ ਕੋਈ ਵਸਤੂ ਥੋੜੀ ਮੰਗਣਗੇ। ਉਹ ਨਾਲੇ ਬਾਣੀ ਦਾ ਪੱਖ ਤੋਂ ਉਹ ਫਿਰ ਇਹ ਵੀ ਜਾਣਦੇ ਨੇ ਨਾ ਵੀ ਬਾਣੀ 'ਚ ਤਾਂ ਬਕਾਇਦਾ ਇਦਾਂ ਲਿਖਿਆ, ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ। ਵੀ ਬਾਣੀ ਤਾਂ ਸਿਵਾਏ ਅਕਾਲ ਪੁਰਖ ਵਾਹਿਗੁਰੂ ਤੋਂ, ਉਹਦੇ ਜ਼ਿੰਦਗੀ ਜਿਉਣ ਤੋਂ ਜਾਂ ਉਹਦੇ ਵਿਚਾਰਧਾਰਾ ਵਿੱਚ ਆਉਣ ਤੋਂ ਹੋਰ ਕੁਝ ਮੰਗਣ ਦੀ ਡਿਮਾਂਡ ਹੀ ਨਹੀਂ ਰੱਖਦੀ। ਔਰ ਸਗੋਂ ਗੁਰੂ ਸਾਹਿਬ ਕਹਿੰਦੇ ਆ ਵੀ ਦੁੱਖਾਂ ਦਾ ਦੁੱਖ ਹੈ ਜੇ ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਕੁਝ ਹੋਰ ਮੰਗੀਏ। ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਨਾਮ ਦੇ ਦਿਓ ਮੈਨੂੰ, ਸਮਝ ਦਿਓ ਤਾਂ ਕਿ ਮੇਰੀ ਭੁੱਖ ਮਿਟ ਜਾਏ ਤੇ ਮੈਂ ਜਿਹੜੇ ਵੀ ਹਾਲਾਤਾਂ ਵਿੱਚ ਆ ਉਹਨਾਂ ਹਾਲਾਤਾਂ ਵਿੱਚ ਹੀ ਚੜ੍ਹਦੀ ਕਲਾ ਵਿੱਚ ਰਹਿ ਸਕਾਂ। ਇਹ ਗੁਰੂ ਦੀ ਸਮਝ ਹੈ ਵੀ ਤਤੀ ਤਵੀ ਤੇ ਵੀ ਚੜ੍ਹਦੀ ਕਲਾ 'ਚ ਰਹਿ ਸਕਦੇ ਹਾਂ ਤੇ ਜਦੋਂ ਸਿਰ ਤੇ ਚਵਰ ਝੁੱਲਦਾ ਆ ਅਸੀਂ ਉਦੋਂ ਵੀ ਚੜ੍ਹਦੀ ਕਲਾ 'ਚ ਰਹਿ ਸਕਦੇ ਹਾਂ।
ਦੁਨਿਆਵੀ ਮਨੁੱਖ ਦੀ ਪ੍ਰੋਬਲਮ ਇਹ ਹੁੰਦੀ ਹੈ ਵੀ ਜਦੋਂ ਉਹਦੇ ਕੋਲ ਰਾਜ ਆਉਂਦਾ ਆ ਫਿਰ ਵੀ ਉਹ ਨਸ਼ੇ ਵਿੱਚ ਅੰਨਾ ਹੋ ਜਾਂਦਾ, ਤੇ ਜਦੋਂ ਉਹਦੇ ਕੋਲ ਮੁਸ਼ਕਲਾਂ ਆਉਂਦੀਆਂ ਨੇ ਫਿਰ ਵੀ ਉਹ ਦੁੱਖਾਂ ਦੇ ਪਹਾੜ ਉਹਦੇ ਤੇ ਟੁੱਟ ਪੈਂਦੇ ਆ। ਗੁਰਮਤ ਦਾ ਕਨਸੈਪਟ ਇਹ ਹੈ ਵੀ ਇੱਥੇ ਜਦੋਂ ਕੋਈ ਰਾਜਾ ਬਣਦਾ ਆ ਤਾਂ ਫਿਰ ਵੀ ਉਹਨੂੰ ਪਤਾ ਆ ਵੀ ਪਰਜਾ ਕੀ ਹੈ, ਫਿਰ ਉਹ ਸਿਰ ਤੇ ਪੰਡ ਚੁੱਕ ਕੇ ਕਿਸੇ ਦੇ ਘਰ ਜਿਹੜਾ ਹੈ ਉਹ ਰਾਸ਼ਨ ਛੱਡ ਕੇ ਆਉਂਦਾ ਆ। ਇਹ ਰਾਜੇ ਅੱਜ ਨਹੀਂ ਮਿਲਣੇ ਤੁਹਾਨੂੰ, ਇਹ ਰਾਜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ 'ਚ ਮਿਲ ਸਕਦਾ ਆ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਲਾਹੌਰ ਵਿੱਚ ਕਾਲ ਪੈਂਦਾ ਆ ਤਾਂ ਉਸ ਵੇਲੇ ਗੋਇੰਦਵਾਲ ਛੱਡ ਕੇ ਜਿਹੜੇ ਰਾਜਿਆਂ ਦੇ ਫਰਜ਼ ਬਣਦੇ ਸੀ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨਾ, ਉਹ ਲਾਹੌਰ ਛੱਡ ਗਏ, ਤੇ ਜਿਨ੍ਹਾਂ ਨੂੰ ਝੂਠ ਦੀ ਦੁਕਾਨ ਚਲਾਉਣ ਵਾਲੇ ਕਿਹਾ ਜਾਂਦਾ ਸੀ ਉਹ ਉਸ ਵੇਲੇ ਲਾਹੌਰ ਦੇ ਲੋਕਾਂ ਦਾ ਜਿਹੜਾ ਆ ਉਹ ਦੁੱਖ ਵੰਡਾਉਣ ਲਈ ਗਏ। ਆਪਣੇ ਮੂੰਹ ਦੇ ਇਦਾਂ, ਆਪਣੇ ਹੱਥ ਦੇ ਇਦਾਂ ਬੁੱਕ ਬਣਾ ਕੇ ਮਰੀਜ਼ਾਂ ਦੇ ਮੂੰਹ ਵਿੱਚ ਪਾਣੀ ਪਾਇਆ। ਲੋਕਾਂ ਨੇ ਕਿਹਾ ਵੀ ਸੱਚੀ ਮੁੱਚੀ ਜੇ ਰੱਬ ਵੇਖਣਾ ਹੋਵੇ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਵਿੱਚ ਵੇਖਿਆ ਜਾ ਸਕਦਾ ਆ। ਵੀ ਇਹ ਕਾਰਨ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਪ੍ਰਤੱਖ ਹਰ ਬਾਣੀ ਮੰਨਦੀ ਹੈ, ਜਾਂ ਉਸ ਵੇਲੇ ਦੇ ਵੀਰ, ਜਾਂ ਅਸੀਂ ਵੀ ਸਾਰੇ ਇਦਾਂ ਮੰਨਦੇ ਆ ਵੀ ਸਾਡੇ ਗੁਰੂ ਸਾਹਿਬ ਜੀ ਦੇ ਤੇ ਰੱਬ ਦੇ ਵਿੱਚ ਕੋਈ ਬਹੁਤਾ ਭੇਦ ਨਹੀਂ। ਤੇ ਮਹਾਰਾਜ ਜ਼ੋਰ ਵੀ ਇਹੀ ਦਿੰਦੇ ਰਹੇ ਬਾਣੀ ਵਿੱਚ ਵੀ ਬਾਣੀ ਨੂੰ ਪੜ੍ਹ ਕੇ ਤੁਸੀਂ ਵੀ ਉਹਦਾ ਰੂਪ ਹੋ ਜਾਣਾ ਆ। ਜਦੋਂ ਉਹਦਾ ਰੂਪ ਹੋ ਜਾਣਾ ਆ ਫਿਰ ਨਿੱਕੀਆਂ ਨਿੱਕੀਆਂ ਚੀਜ਼ਾਂ, ਕਿਉਂਕਿ ਜਦੋਂ ਤੁਸੀਂ ਨਿਸ਼ਾਨੇ ਵੱਡੇ ਮਿੱਥਣੇ ਆ ਤੇ ਤੁਹਾਡੇ ਕੋਲੋਂ ਉਸ ਨਿਸ਼ਾਨੇ ਤੇ ਪਹੁੰਚਣ ਵਾਸਤੇ ਤੁਹਾਡੇ ਕੋਲ ਜਿਗਰਾ, ਹਿੰਮਤ, ਇਹ ਵੀ ਵੱਡਾ ਹੋਣਾ ਚਾਹੀਦਾ ਆ। ਸੋ ਖੈਰ, ਹੁਣ ਜਦੋਂ ਬਾਣੀ ਰਚਨਕਾਰਾਂ ਨੇ ਇੱਕ ਦੀ ਗੱਲ ਕਰਨੀ ਹੈ ਤੇ ਉਹ ਪ੍ਰਮਾਤਮਾ ਦੀ ਗੱਲ ਕਰਨਗੇ, ਤਾਂ ਜਦੋਂ ਧੰਨਾ ਜੀ ਕਹਿੰਦੇ ਆ ਵੀ ਮੈਨੂੰ ਵੀ ਇੱਕ ਦੇ, ਤਾਂ ਉਹਦਾ ਅਰਥ ਹੈ ਵੀ ਉਹ ਇੱਕ ਪ੍ਰਮਾਤਮਾ ਕਹਿੰਦੇ ਵੀ ਜਿਹੜੀ ਤੂੰ ਠਾਕੁਰ ਦੀ ਸੇਵਾ ਕਰਕੇ, ਕਿਉਂਕਿ ਮੈਂ ਤੇ ਡੰਗਰ ਚਾਰਨ ਵਾਲਾ ਬੰਦਾ ਆ, ਮੈਂ ਨਾ ਸਿਆਣਾ ਨਹੀਂ, ਪਰ ਤੂੰ ਠਾਕੁਰ ਦੀ ਸੇਵਾ ਕਰਦਾ, ਮੈਨੂੰ ਵੀ ਤੇ ਕੋਈ ਠਾਕੁਰ ਦੀ ਗੱਲ ਸਮਝਾ ਨਾ, ਮੈਨੂੰ ਵੀ ਕੋਈ ਰੱਬ ਦੀ ਗੱਲ ਦੱਸ। ਉਹ ਕਹਿੰਦਾ ਤੂੰ ਹੀ ਪੱਥਰ ਦੀ ਪੂਜਾ ਕਰ, ਕਹਿੰਦਾ ਪੱਥਰ ਮੈਂ ਲੈ ਕੇ ਨਹੀਂ ਜਾਣਾ। ਹੁਣ ਸਮਝਿਓ ਨੁਕਤਾ ਜਿਹੜਾ ਹੈਗਾ ਆ। ਧੰਨਾ ਜੀ ਕਹਿੰਦੇ ਤੂੰ ਰੱਬ ਦੀ ਕਰਦਾ ਪੂਜਾ, ਰੱਬ ਦੀ ਮੈਨੂੰ ਕੋਈ ਗੱਲ ਸਮਝਾ, ਕਿਉਂਕਿ ਤੈਨੂੰ ਰੱਬ ਬਾਰੇ ਬਹੁਤ ਸਮਝ ਆਉਣੀ ਹੈ, ਕਿਉਂਕਿ ਤੂੰ ਪ੍ਰਮਾਤਮਾ ਦੀ ਨਿਤ ਪੂਜਾ ਕਰਦਾ, ਮੈਂ ਤਾਂ ਡੰਗਰ ਚਾਰਨ ਵਾਲਾ ਬੰਦਾ ਆ, ਮੈਂ ਤਾਂ ਨਾਰਮਲ ਇੱਕ ਕਿਸਾਨ ਆ, ਵੀ ਮੈਨੂੰ ਇਸ ਗੱਲ ਦੀ ਇੰਨੀ ਸਮਝ ਨਹੀਂ ਹੈ। ਹੁਣ ਜਦੋਂ ਇਹ ਗੱਲ ਚੱਲਦੀ ਹੈ ਤਾਂ ਇਹ ਗੱਲ ਹਮੇਸ਼ਾ ਧਿਆਨ 'ਚ ਰੱਖਿਓ, ਜਿਹੜੇ ਬੰਦੇ ਵਿਚਾਰ ਕਰਨ ਵਿੱਚ ਫੇਲ ਹੋ ਜਾਣਗੇ ਉਹ ਹਮੇਸ਼ਾ ਵਿਚਾਰ ਤੋਂ ਭੱਜਦੇ ਆ। ਤਾਂ ਵਿਚਾਰ ਤੋਂ ਭੱਜਣ ਵਾਲਾ ਬੰਦਾ ਵਿਚਾਰ 'ਚ ਫੇਲ ਹੁੰਦਾ ਹੈ। ਗੁਰੂ ਸਾਹਿਬ ਜੀ ਨੇ ਵਿਚਾਰ ਕਰਨ ਦੀ ਜਾਚ ਸਾਨੂੰ ਬਹੁਤ ਸੋਹਣੀ ਸਿਖਾਈ। ਅੱਜ ਤਾਂ ਖੈਰ ਵਿਚਾਰ ਦੇ ਨਾਂ ਤੇ ਵੀ ਤਕਰਾਰ ਸ਼ੁਰੂ ਹੁੰਦਾ ਹੈ, ਵਿਚਾਰ ਤਾਂ ਸਾਡੇ ਚੋਂ ਜਿਹੜੀ ਉਹ ਖਤਮ ਹੁੰਦੀ ਜਾਂਦੀ। ਖੈਰ, ਗੱਲ ਆਪਾਂ ਕਰਦੇ ਸੀ ਵੀ ਗੁਰੂ ਸਾਹਿਬ ਜੀ ਜਿਹੜੇ ਧੰਨਾ ਜੀ ਆ, ਭਗਤ ਜੀ ਨੇ, ਉਹ ਕਹਿੰਦੇ ਆ ਵੀ ਮੈਨੂੰ ਇੱਕ ਰੱਬ ਦੀ ਗੱਲ ਸਮਝਾ, ਮੈਨੂੰ ਇੱਕ ਪ੍ਰਮਾਤਮਾ ਬਾਰੇ ਦੱਸ, ਮੈਂ ਇੱਕ ਪ੍ਰਮਾਤਮਾ ਬਾਰੇ ਜਾਣਨਾ ਚਾਹੁੰਦਾ ਹਾਂ, ਕਿਉਂਕਿ ਤੂੰ ਉਹਦੀ ਪੂਜਾ ਕਰਦਾ ਆ, ਤੂੰ ਦਾਅਵਾ ਕਰਦਾ ਵੀ ਮੈਂ ਠਾਕੁਰ ਦੀ ਸੇਵਾ ਕਰਦਾ। ਉਹ ਕਹਿੰਦਾ ਸੀ ਨਾ ਮੈਂ ਠਾਕੁਰ ਦੀ ਸੇਵਾ ਕਰਦਾ, ਕਿਉਂਕਿ ਇਹ ਠਾਕੁਰ ਹੈ, ਇਹ ਪ੍ਰਮਾਤਮਾ ਆ। ਹੁਣ ਜੇ ਤੂੰ ਇਹਦੀ ਸੇਵਾ ਕਰਦਾ ਤਾਂ ਮੈਨੂੰ ਇਹਦੇ ਬਾਰੇ ਦੱਸ ਦੇ। ਸਿੰਪਲ ਜੀ ਗੱਲ ਹੈ, ਕੋਈ ਬੰਦਾ ਕਹੇ ਵੀ ਮੈਂ ਬਿਜਲੀ ਦਾ ਕੰਮ ਕਰਦਾ ਤਾਂ ਜਿਹਨੂੰ ਨਹੀਂ ਪਤਾ ਉਹ ਕਹੇਗਾ ਵੀ ਮੈਨੂੰ ਸਮਝਾ ਦੇ ਥੋੜਾ ਜਿਹਾ। ਜੇ ਕੋਈ ਬੰਦਾ ਮੰਨ ਲਓ ਵੀ ਇੰਜੀਨੀਅਰ ਹੈ ਤਾਂ ਜਿਹਨੂੰ ਨਹੀਂ ਪਤਾ ਉਹਦੇ ਬਾਰੇ ਉਹਦੇ ਤੋਂ ਜਾਣਕਾਰੀ ਲੈ ਲੇਗਾ। ਜੇ ਕੋਈ ਡਾਕਟਰੀ ਦਾ ਕੰਮ ਕਰਦਾ ਤਾਂ ਅਸੀਂ ਉਹਦੇ ਤੋਂ ਜਾਣਕਾਰੀ ਉਹਦੀ ਲੈ ਸਕਦੇ ਹਾਂ, ਵੀ ਅਸੀਂ ਖੁਰਾਕ ਦੀ ਜਾਣਕਾਰੀ ਵੀ ਲੈ ਸਕਦੇ ਹਾਂ, ਖਾਣਾ ਕਿਵੇਂ, ਅਸੀਂ ਜਿਹੜਾ ਹੈਸਟ ਪੁਸ਼ਟ ਕਿਵੇਂ ਰਹਿ ਸਕਦੇ ਹਾਂ, ਸਿਹਤ ਠੀਕ ਕਿਵੇਂ ਰਹਿ ਸਕਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਆ ਵੀ ਜਦੋਂ ਉਹ ਕਹਿੰਦਾ ਵੀ ਮੈਂ ਠਾਕੁਰ ਦੀ ਪੂਜਾ ਕਰਦਾ, ਮੈਂ ਰੱਬ ਦੀ ਪੂਜਾ ਕਰਦਾ, ਤਾਂ ਗੁਰੂ ਸਾਹਿਬ ਜੀ ਉਹਨੂੰ ਕਹਿੰਦੇ ਆ ਵੀ ਮੈਨੂੰ ਸਮਝਾ ਦੇ, ਮੈਨੂੰ ਦੱਸ ਦੇ। ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਪੱਖ ਨੂੰ ਧਿਆਨ ਵਿੱਚ ਜ਼ਰੂਰ ਰੱਖਿਓ। ਹੁਣ ਉਹ ਵਿਚਾਰ ਵਿੱਚ ਫਸ ਗਿਆ, ਉਹਦੇ ਕੋਲ ਇੱਕ ਦੀ ਗੱਲ ਕਿਉਂ ਨਹੀਂ, ਕਿਉਂਕਿ ਉਹ ਤਾਂ ਪੱਥਰ ਦੀ ਪੂਜਾ ਕਰਕੇ ਲੋਕਾਂ ਨੂੰ ਉਲਝਾਉਂਦਾ ਆ, ਤੇ ਨਾਲੇ ਉਹਨੂੰ ਇਹ ਖਤਰਾ ਆ ਵੀ ਅੱਜ ਹੁਣ ਤਾਂ ਮੈਂ ਤੇ ਧੰਨਾ ਜੀ ਦੋਵੇਂ ਹੀ ਆ ਇੱਥੇ, ਤੇ ਜੇ ਮੇਰੇ ਸ਼ਰਧਾਲੂ ਆ ਗਏ ਤੇ ਇਹੀ ਗੱਲ ਧੰਨਾ ਜੀ ਨੇ ਉਦੋਂ ਕਹਿਣੀ ਆ, ਮੇਰੇ ਕੋਲ ਰੱਬ ਵਾਲੀ ਗੱਲ ਕੋਈ ਨਹੀਂ, ਮੈਂ ਤਾਂ ਰੱਬ ਦੇ ਨਾਂ ਤੇ ਲੋਕਾਂ ਨੂੰ ਸ਼ਦਾਈ ਬਣਾਉਣਾ ਆ, ਬਸ ਮੂਰਖ ਬਣਾਉਣਾ ਆ, ਵੀ ਪਾਥਰਲੇ ਪੂਜੇ ਮੁਗਧ ਗਵਾਰ, ਵੀ ਇਹ ਤਾਂ ਮੂਰਖਾਂ ਵਾਲਾ ਕੰਮ ਹੈ, ਮੈਂ ਵੀ ਕਰਦਾ ਤੇ ਮੈਂ ਲੋਕਾਂ ਨੂੰ ਵੀ, ਮੇਰਾ ਧੋਰੀ ਫੁਲਕਾ ਚੱਲਦਾ ਇਹਦੇ ਨਾਲ, ਮੇਰਾ ਰੋਜੀ ਰੋਟੀ ਇਹਦੇ ਨਾਲ ਜੁੜਿਆ ਹੋਇਆ ਹੈ, ਮੇਰਾ ਕਾਰੋਬਾਰ ਹੈ। ਜੇ ਇਹ ਗੱਲ ਮੇਰੇ ਸ਼ਰਧਾਲੂਆਂ ਦੇ ਧਿਆਨ ਵਿੱਚ ਆਈ, ਮੇਰੇ ਭਗਤਾਂ ਦੇ ਧਿਆਨ ਵਿੱਚ ਆਈ, ਤਾਂ ਲੋਕਾਂ ਨੇ ਵੀ ਮੇਰਾ ਮਜ਼ਾਕ ਬਣਾਉਣਾ। ਇਹਦੇ ਨਾਲੋਂ ਪਹਿਲਾਂ ਕਿ ਮੇਰੇ ਸ਼ਰਧਾਲੂ ਆਉਣ, ਭਗਤ ਧੰਨਾ ਜੀ ਨੂੰ ਇੱਥੋਂ ਜਿਹੜਾ ਹੈ ਉਹ ਤੋੜ ਦੇਣਾ ਚਾਹੀਦਾ। ਤੇ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛੁਡਾਵੇ। ਗੈਲ ਦਾ ਅਰਥ ਜਿਹੜਾ ਆ ਉਹ ਹੈਗਾ ਖਹਿੜਾ। ਹੁਣ ਇਹ ਵੀ ਸੁਣਨ ਵਾਲੇ ਸਰੋਤੇ ਤੁਸੀਂ ਧਿਆਨ 'ਚ ਰੱਖਿਓ, ਖਹਿੜਾ ਅਕਸਰ ਉਹ ਬੰਦਾ ਛਡਾਉਂਦਾ ਜਿਹੜਾ ਫਸ ਜਾਏ। ਜਿਹੜਾ ਫਸਦਾ ਨਹੀਂ ਨਾ, ਉਹ ਕਹਿੰਦਾ ਵੀ ਕੋਈ ਗੱਲ ਨਹੀਂ, 2 ਘੰਟੇ 4 ਘੰਟੇ 10 ਘੰਟੇ ਲਾ ਲਓ, ਆਪਾਂ ਕੋਈ ਨਹੀਂ, ਬਹਿ ਕੇ ਗੱਲ ਕਰਦੇ ਹਾਂ। ਅਸੀਂ
ਕੈਂਪ ਲਾਉਂਦੇ ਆ ਪਿੰਡਾਂ ਦੇ ਵਿੱਚ, ਕਈ ਵਾਰ ਸਾਨੂੰ 2-2 3-3 ਘੰਟੇ 4-4 ਘੰਟੇ, ਅਸੀਂ ਰਾਤ ਦੇ 11-11 ਵਜੇ ਤੱਕ 12-12 ਵਜੇ ਤੱਕ ਸਾਡੇ ਨਾਲ ਕੰਮ ਕਰਨ ਵਾਲੇ ਵੀਰ ਫੀਲਡ ਵਿੱਚ, ਸਵਾਲ ਕਿਸੇ ਦੇ ਨਿੱਕੇ ਉਲਝਣਾ, ਅਸੀਂ 12-12 1-1 ਵਜੇ ਤੱਕ ਵੀ ਬਹਿ ਕੇ ਉਹਨਾਂ ਨਾਲ ਗੱਲ ਕਰਦੇ ਹਾਂ। ਹਾਲਾਂਕਿ ਸਵੇਰੇ ਅਸੀਂ ਭਾਵੇਂ ਸਮੇਂ ਸਿਰਫ ਇੱਕ ਕੈਂਪਾਂ ਜਾਣਾ ਹੁੰਦਾ ਸੀ, ਪਰ ਗਰਾਊਂਡ 'ਚ ਕੰਮ ਕਰਨ ਦਾ ਤਰੀਕਾ ਹੀ ਹੈ। ਇੱਥੇ ਇਹ ਨਹੀਂ ਹੁੰਦਾ, ਗਰਾਊਂਡ 'ਚ ਇਦਾਂ ਨਹੀਂ ਹੈ ਵੀ ਤੁਸੀਂ ਆਪਣੀ ਸਟੇਟਮੈਂਟ ਦਿੱਤੀ, ਆਪਣੀ ਗੱਲ ਕੀਤੀ ਤੇ ਚਲੇ ਗਏ। ਉੱਥੇ ਤੁਹਾਡੇ ਕੋਲ ਲੋਕ ਹੋਣੇ ਆ ਵਿਚਰਨ ਵਾਲੇ, ਉਹਨਾਂ ਨੇ ਤੁਹਾਨੂੰ ਨਿੱਕੀਆਂ ਗੱਲਾਂ ਵੀ ਪੁੱਛਣੀਆਂ, ਛੋਟੇ ਸਵਾਲ ਵੀ ਤੁਹਾਨੂੰ ਜਿਹੜੇ ਆ ਉਹਨਾਂ ਨੇ ਕਰਨੇ ਆ। ਇਸੇ ਕਰਕੇ ਹਰ ਬੰਦਾ ਗਰਾਊਂਡ ਦੀ ਸਥਿਤੀ ਤੋਂ ਜਾਣੂ ਵੀ ਨਹੀਂ ਹੋਣਾ ਚਾਹੁੰਦਾ ਤੇ ਗਰਾਊਂਡ ਲੈਵਲ ਤੇ ਉਹ ਕੰਮ ਵੀ ਨਹੀਂ ਕਰਨਾ ਚਾਹੁੰਦਾ ਹੁੰਦਾ। ਉਹਦੇ ਵਾਸਤੇ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਜਿਹੜੇ ਬੰਦੇ ਐਸ਼ ਦੀ ਜ਼ਿੰਦਗੀ ਜੀਣਾ ਚਾਹੁੰਦੇ ਆ, ਜਿਹੜੇ ਬੰਦੇ ਸਹੂਲਤਾਂ ਮੰਨਣ ਦੇ ਆਦੀ ਹੋ ਜਾਂਦੇ ਆ, ਉਹ ਇਸ ਤਰ੍ਹਾਂ ਨਾਲ ਜਿਹੜਾ ਆ ਉਹ ਫੀਲਡ ਵਿੱਚ ਵਿਚਰ ਨਹੀਂ ਸਕਦੇ ਹੁੰਦੇ, ਜਾਂ ਉਹਨਾਂ ਦੇ ਕੋਲ ਇਹ ਹਿੰਮਤ ਨਹੀਂ ਹੁੰਦੀ, ਜਾਂ ਉਹ ਇਦਾਂ ਬੱਚਿਆਂ ਵਿੱਚ ਬੈਠ ਕੇ ਬੱਚੇ ਨਹੀਂ ਬਣ ਸਕਦੇ ਹੁੰਦੇ ਜਿਵੇਂ ਕਿ ਸਾਡੇ ਗੁਰੂ ਸਾਹਿਬ ਜੀ ਨੇ ਬਣਾਇਆ ਹੈ। ਖੈਰ, ਮੈਂ ਗੱਲ ਕਰਦਾ ਸੀ ਵੀ ਗੈਲ ਛੁਡਾਵੇ ਖਹਿੜਾ ਛੁਡਾਉਂਦਾ ਆ, ਉਹ ਫਸ ਗਿਆ, ਖਹਿੜਾ ਛੁਡਾਉਣਾ ਚਾਹੁੰਦਾ, ਫਿਰ ਉਹ ਖਹਿੜਾ ਛੁਡਾਉਣ ਦੇ ਬਦਲੇ ਜਿਹੜਾ ਆ ਉਹ ਧੰਨਾ ਜੀ ਨੂੰ ਉੱਥੇ ਤੋਰਨਾ ਚਾਹੁੰਦਾ ਵੀ ਤੂੰ ਚਲੇ ਜਾਓ ਇੱਥੋਂ, ਵੀ ਪੱਥਰ ਲੈ ਜਾਓ ਇੱਕ। ਉਹ ਕਹਿੰਦੇ ਮੈਂ ਪੱਥਰ ਕੀ ਕਰਨਾ ਆ? ਉਹ ਕਹਿੰਦੇ ਮੇਰੀ ਗੱਲ ਸੁਣ ਧਿਆਨ ਨਾਲ, ਤੂੰ ਪੱਥਰ ਲੈ ਜਾ, ਠਾਕੁਰ ਨੂੰ ਨਵਾਲ ਕੇ ਇਹਨੂੰ ਨਵਾਈ, ਮੇਰਾ ਇਹੋ ਹੀ ਠਾਕੁਰ, ਕਿਉਂਕਿ ਉਹ ਪੱਥਰ ਨੂੰ ਠਾਕੁਰ ਮੰਨਦਾ ਹੈ, ਧੰਨਾ ਜੀ ਨਹੀਂ ਮੰਨਦੇ। ਨਵਾਲ ਕੇ ਸ਼ਾਹ ਰੋਟੀ ਲੈ ਭੋਗ ਚੜਾਵੇ, ਸ਼ਾਮ ਦੇ ਵੇਲੇ ਇਹਨੂੰ ਰੋਟੀ ਖਵਾਈ, ਇਹਦੀ ਜਦੋਂ ਰੋਟੀ ਦਾ ਟਾਈਮ ਹੋਇਆ ਇਹਦੇ ਸਾਹਮਣੇ ਰੋਟੀ ਰੱਖੀ। ਇੱਥੋਂ ਹੀ ਉਹ ਗੱਲ ਪ੍ਰਗਟ ਹੋਈ ਹੈ ਵੀ ਭਗਤ ਧੰਨਾ ਜੀ ਨੇ ਪੱਥਰ ਦੇ ਸਾਹਮਣੇ ਰੋਟੀ ਰੱਖੀ ਤੇ ਪੱਥਰ ਵਿੱਚੋਂ ਹੱਥ ਨਿਕਲਿਆ ਤੇ ਉਹਨੇ ਰੋਟੀ ਖਾ ਲਈ। ਹੁਣ ਇੱਕ ਬੰਨੇ ਅਸੀਂ ਕਹਿੰਦੇ ਸੋ ਮੁਖ ਜਲੋਂ ਜੇ ਕਹੇ ਠਾਕੁਰ ਜੋਨੀ, ਉਹ ਮੂੰਹ ਸੜ ਜਾ ਜਿਹੜਾ ਕਹਿੰਦਾ ਠਾਕੁਰ ਜੋਨਾ ਵਿੱਚ ਆਉਂਦਾ ਆ, ਤੇ ਇੱਕ ਬੰਨੇ ਆਪੇ ਕਹੀ ਜਾਂਦੇ ਆ ਵੀ ਉਹ ਜੂਨ ਹੀ ਆਏਗੀ ਨਾ ਪੱਥਰ ਵਿੱਚ ਜਦੋਂ ਇਦਾਂ ਪੈਦਾ ਹੋਏਗਾ। ਨਾਲੇ ਫਿਰ ਇਦਾਂ ਤਾਂ ਫਿਰ ਅਗਲੇ ਕਹਿਣਗੇ ਨਾ ਵੀ ਹੁਣ ਜਿਹੜੇ ਕਈ ਬੰਦੇ ਕਹਿੰਦੇ ਵੀ ਸ਼ਰਧਾ ਨਾਲ ਕੁਝ ਵੀ ਹੋ ਸਕਦਾ। ਭਾਈ ਸ਼ਰਧਾ ਨਾਲ ਜਿਹੜਾ ਆ ਉਹ ਝੂਠ ਸੱਚ ਨਹੀਂ ਹੁੰਦਾ। ਜੇ ਕੋਈ ਕਹੇ ਵੀ ਮੈਂ ਬੜੀ ਸ਼ਰਧਾ ਨਾਲ ਝੂਠ ਬੋਲਦਾ ਤਾਂ ਉਹ ਸੱਚ ਥੋੜੀ ਹੋ ਜਾਣਾ। ਝੂਠ ਰਹਿਣਾ ਆ, ਸੱਚ ਰਹਿਣਾ ਆ। ਸੋ ਸ਼ਰਧਾ ਆਪਣੇ ਥਾਂ ਤੇ ਕੰਮ ਕਰਦੀ ਹੋ ਸਕਦੀ ਹੈ, ਪਰ ਝੂਠ ਨੂੰ ਸੱਚ ਸ਼ਰਧਾ ਨਹੀਂ ਬਣਾ ਸਕਦੀ। ਇਹ ਸਵਾਲ ਹੀ ਪੈਦਾ ਨਹੀਂ ਹੁੰਦਾ। ਜਿਹੜੇ ਬੰਦੇ ਵੀ ਤੁਹਾਡੀ ਸ਼ਰਧਾ ਨਹੀਂ ਤਾਂ ਤੁਹਾਨੂੰ ਲੱਗਦਾ ਵੀ ਭਗਤ ਧੰਨਾ ਜੀ ਨੇ ਪੱਥਰ ਚੋਂ ਰੱਬ ਨਹੀਂ ਪਾਇਆ, ਮੈਂ ਕਹਿੰਦਾ ਵੀ ਅੱਜ ਵੀ ਤਾਂ ਨਹੀਂ ਨਾ ਹੋ ਸਕਦਾ ਜਿਹੜੇ ਜਿੱਥੇ ਤੁਸੀਂ ਸ਼ਰਧਾ ਦੀ ਗੱਲ ਕਰਦੇ ਹੋ। ਖੈਰ ਇਹ ਗੱਲ ਫਿਰ ਲੰਬੀ ਹੋ ਜਾਣੀ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਮੈਂ ਬਾਣੀ ਦੇ ਪੱਖ ਤੋਂ ਜਿਹੜੀ ਗੱਲ ਤੁਸੀਂ ਸਮਝ ਪਾ ਰਹੇ ਹੋ, ਉਸ ਪੱਖ ਤੋਂ ਧੰਨਾ ਜੀ ਦੀ ਵਿਚਾਰ ਹੀ ਤੁਹਾਡੇ ਧਿਆਨ ਵਿੱਚ ਆਉਣੀ ਹੈ, ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਸਮਝਾਉਂਦੀ ਹੈ। ਪੱਥਰ ਦੇ ਕੇ ਖਹਿੜਾ ਛਡਾਉਣਾ ਚਾਹੁੰਦਾ, ਧੰਨਾ ਜੀ ਪੱਥਰ ਖੜਨਾ ਨਹੀਂ। ਉਹ ਕਹਿੰਦੇ ਮੈਂ ਪੱਥਰ ਖੜੂ, ਇਹਦੀ ਇੰਨੀ ਲੰਮੀ ਪ੍ਰਕਿਰਿਆ ਵਿੱਚ ਦੀ ਲੰਘੂਗਾ, ਇੰਨੇ ਲੰਬਾ ਚੌੜਾ ਕੰਮ ਕਰੂੰ, ਰੋਜ਼ ਇਹਦੀ ਪੂਜਾ ਕਰੂੰ, ਪਤਾ ਨਹੀਂ ਕਿੱਦਣ ਇਹ ਦਿਆਲੂ ਹੋਊਗਾ, ਫਿਰ ਮੈਨੂੰ ਰੱਬ ਦੀ ਗੱਲ ਸਮਝ। ਤੈਨੂੰ ਤਾਂ ਲੱਗੀ ਹੈ ਨਾ, ਤੂੰ ਤਾਂ ਉਸ ਅਵਸਥਾ 'ਚ ਪਹੁੰਚਿਆ ਹੈ। ਸਿੰਪਲ ਐ ਕਹਿ ਲੋ ਵੀ ਮੈਨੂੰ ਇਸ ਅਵਸਥਾ 'ਚ ਪਹੁੰਚਣ ਲਈ ਟਾਈਮ ਲੱਗਣਾ, ਤੂੰ ਮੈਨੂੰ ਉਸ ਅਵਸਥਾ 'ਚ ਪਹੁੰਚਿਆ, ਮੈਨੂੰ ਰੱਬ ਦੀ ਕੋਈ ਗੱਲ ਸੁਣਾ। ਔਰ ਇਹ ਜਾਣਦਾ ਸੀ ਧੰਨਾ ਜੀ ਦੇ ਨਾਲ ਗੱਲ ਕਰਦਾ ਬ੍ਰਾਹਮਣ ਵੀ ਜਿਹੜਾ ਇਹ ਰੱਬ ਦੀ ਗੱਲ ਕਰ ਰਿਹਾ ਵੀ ਇਹ ਇਦਾਂ ਥੋੜੀ ਨਾਰਮਲੀ ਗੱਲ ਹੋਣੀ ਹੈ। ਕੋਈ ਜਿਹਨੇ ਸਵਾਲ ਇਹ ਕੀਤਾ, ਅੱਜ ਤੱਕ ਮੈਨੂੰ ਇਹ ਸਵਾਲ ਕਿਸੇ ਨੇ ਕੀਤਾ ਹੀ ਨਹੀਂ ਹੈ। ਜੇ ਸਵਾਲ ਇਸ ਤਰ੍ਹਾਂ ਦਾ ਕਰ ਰਿਹਾ ਤਾਂ ਇਹਦਾ ਮਤਲਬ ਇਹਦੀ ਆਪਣੀ ਪਹੁੰਚ ਵੀ ਜਿਹੜੀ ਆ ਉਹ ਮਹਾਨ ਹੋਣੀ ਹੈ, ਜਾਂ ਸਟਰੋਂਗ ਹੋਣੀ ਹੈ, ਜਾਂ ਵੱਡੀ ਹੋਣੀ ਹੈ, ਤਾਂ ਕਰਕੇ ਇਹਨੇ ਇਸ ਤਰ੍ਹਾਂ ਦੀ। ਤੇ ਉਹ ਖਹਿੜਾ ਛਡਾਉਣ ਵਿੱਚ ਹੀ ਭਲਾਈ ਚਾਹੁੰਦਾ ਵੀ ਇਹਦੇ ਨਾਲ ਬਹਿ ਕੇ ਗੱਲ ਤਾਂ ਹੋ ਨਹੀਂ ਸਕਦੀ, ਇਹਦੇ ਤੋਂ ਖਹਿੜਾ ਛੁਡਾਇਆ ਜਾ ਸਕਦਾ। ਹੁਣ ਉਹ ਜਦੋਂ ਖਹਿੜਾ ਛਡਾਉਣ ਦੀ ਗੱਲ ਕਰਦੇ ਆ, ਉਹ ਕਹਿੰਦਾ ਵੀ ਰੋਟੀ ਖਵਾਈ ਇਹਨੂੰ। ਕਹਿੰਦਾ ਮੈਂ ਕੋਈ ਰੋਟੀ ਨਹੀਂ ਖਵਾਉਣੀ, ਮੈਂ ਕੋਈ ਪੱਥਰ ਨਹੀਂ ਲੈ ਕੇ ਜਾਣਾ, ਮੈਨੂੰ ਰੱਬ ਸਮਝਾ ਤੂੰ ਬਸ। ਮੈਂ ਉਦੋਂ ਹੀ ਪੂਜਣ ਲੱਗ ਜੂ ਇਹਨੂੰ ਜਦੋਂ ਤੂੰ ਮੈਨੂੰ ਰੱਬ ਦੀ ਗੱਲ ਦੱਸ ਦੇਗਾ, ਕਿਉਂਕਿ ਤੂੰ ਰੋਜ਼ ਇਹਦੀ ਪੂਜਾ ਕਰਦਾ। ਹੱਥ ਜੋੜ ਮਿੰਨਤਾਂ ਕਰੇ, ਆਹ ਨੁਕਤਾ ਸਮਝਿਓ। ਹੁਣ ਹੱਥ ਮਿੰਨਤਾਂ ਕਰੇ ਕੌਣ? ਖਹਿੜਾ ਕੌਣ ਛਡਾਉਣਾ ਚਾਹੁੰਦਾ ਹੈ? ਭਗਤ ਧੰਨਾ ਜੀ ਖਹਿੜਾ ਨਹੀਂ ਛਡਾਉਣਾ ਚਾਹੁੰਦੇ। ਫਸਿਆ ਬੰਦਾ ਮਿੰਨਤਾਂ ਕਰਦਾ। ਫਸ ਗਿਆ ਬ੍ਰਾਹਮਣ ਵੀਰ, ਆਪਣੀ ਵਿਚਾਰ ਦੇ ਕੇ ਆਪਣੀ ਗੱਲ ਕਰਕੇ ਫਸ ਗਿਆ ਉਹ। ਹੁਣ ਜਾਂ ਤਾਂ ਪੱਥਰ ਨੂੰ ਠਾਕੁਰ ਕਵੇ, ਜਾਂ ਕਵੇ ਇਹ ਪੱਥਰ ਹੈ ਵੀ ਇਹਦੇ ਚੋਂ ਠਾਕੁਰ ਕਿੱਥੇ ਸਮਝ ਆਉਂਦਾ। ਇਹ ਉਹ ਕਹਿ ਨਹੀਂ ਸਕਦਾ, ਕਿਉਂਕਿ ਜੇ ਇਹ ਕਹਿੰਦਾ ਆ ਫਿਰ ਉਹਦਾ ਸਾਰਾ ਭਾਂਡਾ ਭੱਜਦਾ ਆ। ਹੁਣ ਉਹ ਕੀ ਕਰਦਾ ਆ? ਹੱਥ ਜੋੜ ਮਿੰਨਤਾਂ ਕਰੇ। ਪੰਡਤ ਜੀ ਹੱਥ ਜੋੜਦੇ ਆ, ਮਿੰਨਤਾਂ ਕਰਦੇ ਆ, ਪੈਰੀ ਪੈ ਬਹੁਤ ਮਨਾਵੇ। ਧੰਨਾ ਜੀ ਦੇ ਪੈਰੀ ਪੈਂਦੇ ਆ ਉਹ ਵੀ ਮੇਰੀ ਰੋਜੀ ਰੋਟੀ ਬਚੀ ਰਵੇ ਭਰਾਵਾ, ਛੱਡ ਦੇ ਖਹਿੜਾ ਮੇਰਾ, ਨਾ ਮੇਰੇ ਮਗਰ ਪੈ, ਮੈਂ ਇਹ ਇਦਾਂ ਹੀ ਚੱਲਦਾ, ਤੂੰ ਆਪਣਾ ਕੰਮ ਕਰ, ਮੈਨੂੰ ਆਪਣਾ ਕਰਨ ਦੇ। ਵੀ ਮੈਂ ਨਹੀਂ ਦੱਸ ਸਕਦਾ ਤੈਨੂੰ, ਕਿਉਂਕਿ ਉਹ ਇਹ ਹੈ ਅਸਲ 'ਚ ਬ੍ਰਾਹਮਣਵਾਦ। ਇਹ ਹੈ ਅਗਿਆਨਤਾ ਵਸ ਪੂਜਾ, ਜਿਹਨੂੰ ਬਾਣੀ ਅਗਿਆਨ ਪੂਜਾ ਕਹਿੰਦੀ ਹੈ। ਮਿੰਨਤਾਂ ਕਰਦਾ ਆ, ਹੱਥ ਜੋੜਦਾ ਆ,
ਤਰਲੇ ਲੈਂਦਾ ਆ, ਬਹੁਤ ਮਨਾਵੇ। ਹੁਣ ਮਨਾਉਂਦਾ ਆ ਉਹ ਧੰਨਾ ਜੀ ਨੂੰ। ਧੰਨਾ ਜੀ ਕਹਿੰਦੇ ਮੈਨੂੰ ਰੱਬ ਸਮਝਾ। ਅਖੀਰ ਫਿਰ ਬ੍ਰਾਹਮਣ ਨੂੰ ਲੱਗਿਆ ਵੀ ਨਹੀਂ, ਇਹ ਬੰਦਾ ਸੱਚੀ ਮੁੱਚੀ ਕੁਝ ਜਾਣਦਾ ਹੈ। ਫਿਰ ਉਹ ਕਹਿੰਦਾ ਵੀ ਮੈਨੂੰ ਤੂੰ ਦੱਸ, ਮੈਨੂੰ ਨਹੀਂ ਪਤਾ, ਮੈਂ ਡਰਾਮੇਬਾਜ਼ ਆ, ਮੈਂ ਪਖੰਡ ਕਰਦਾ ਅੱਜ ਤੱਕ, ਮੇਰੇ ਪੱਲੇ ਕੁਛ ਨਹੀਂ, ਪਰ ਜਿੰਨੇ ਜ਼ੋਰ ਸ਼ੋਰ ਨਾਲ ਤੂੰ ਕਹਿ ਰਿਹਾ ਨਾ, ਮੈਨੂੰ ਐਂ ਲੱਗਦਾ ਵੀ ਤੈਨੂੰ ਰੱਬ ਦੀ ਸਮਝ ਬਹੁਤ ਜ਼ਿਆਦਾ ਹੈ, ਤੂੰ ਰੱਬ ਬਾਰੇ ਬਹੁਤ ਜਾਣਦਾ ਹੈ। ਹੱਥ ਜੋੜ ਮਿੰਨਤਾਂ ਕਰੇ, ਪੈਰੀ ਪੈ ਪੈ ਬਹੁਤ ਮਨਾਵੇ। ਬ੍ਰਾਹਮਣ ਪੈਰੀ ਪੈ ਪੈ ਕੇ ਧੰਨਾ ਜੀ ਨੂੰ ਕਹਿ ਰਿਹਾ ਆਪਣੇ ਵਿਚਾਰ ਦਿਓ ਮੈਨੂੰ। ਅਸੀਂ ਕਹਿ ਰਹੇ ਹਾਂ ਵੀ ਧੰਨਾ ਜੀ ਪੈਰੀ ਪੈ ਰਿਹਾ ਉਹਦੇ। ਕਿੱਡੀ ਅਜੀਬ ਗੱਲ ਹੈ ਵੀ ਇੱਕ ਪੱਥਰ ਪੂਜਕ ਨੂੰ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਸਾਹਮਣੇ ਡਿੱਗਣ ਨਹੀਂ ਦਿੱਤਾ, ਕ੍ਰਾਂਤੀਕਾਰੀ ਵਿਚਾਰਧਾਰਾ ਵਾਲੇ ਨੂੰ ਪੱਥਰ ਪੂਜਕ ਦੇ ਸਾਹਮਣੇ ਡੇਗਤਾ। ਅਸੀਂ ਆਪ ਹੀ, ਅਸੀਂ ਉਹਦੇ ਪੈਰਾਂ 'ਚ ਲਿਟਾਤਾ ਉਹਨੂੰ। ਹਾਲਾਂਕਿ ਲਿਟਿਆ ਬ੍ਰਾਹਮਣ ਵੀਰ ਧੰਨਾ ਜੀ ਦੇ ਪੈਰਾਂ ਵਿੱਚ। ਉਹ ਕਹਿੰਦਾ ਮੈਨੂੰ ਸਮਝਾ ਗੱਲ ਵੀ ਤੈਨੂੰ ਪਤਾ ਆ। ਜਦੋਂ ਧੰਨਾ ਜੀ ਕਹਿੰਦਾ ਵੀ ਜੇ ਤੈਨੂੰ ਸਮਝ ਵੀ ਲੱਗ ਗਈ, ਤੈਨੂੰ ਪਤਾ ਵੀ ਲੱਗ ਗਿਆ, ਤੂੰ ਰਹਿਣਾ ਤਾਂ ਫੇਰ, ਕਹਿੰਦਾ ਨਹੀਂ ਹੁਣ ਨਹੀਂ, ਹਾਂ ਵੀ ਮੂੰਹ ਨਾ ਜੁਠਾਲ। ਪੱਥਰ ਥੋੜੀ ਕਹਿੰਦਾ ਮੈਂ, ਜਾਂ ਧੰਨਾ ਜੀ ਥੋੜੀ ਕਹਿੰਦੇ ਆ ਵੀ ਮੈਂ ਰੋਟੀ ਨਹੀਂ ਖਾਣੀ। ਪੰਡਤ ਕਹਿੰਦਾ ਆ ਮੈਂ ਰੋਟੀ ਨਹੀਂ ਖਾਣੀ ਜਿੰਨਾ ਚਿਰ ਤੱਕ ਹੁਣ ਮੈਨੂੰ ਤੂੰ ਗੱਲ ਨਾ ਸਮਝਾਈ, ਕਿਉਂਕਿ ਤੈਨੂੰ ਇੱਕ ਰੱਬ ਬਾਰੇ ਪਤਾ ਆ, ਤੂੰ ਜਾਣਦਾ ਆ ਇੱਕ ਰੱਬ ਬਾਰੇ, ਤਾਂ ਤੂੰ ਇੰਨੇ ਜ਼ੋਰ ਸ਼ੋਰ ਨਾਲ ਮੇਰੇ ਨਾਲ ਹਾਂ ਵੀ ਮੂੰਹ ਨਾ ਜੁਠਾਲ ਸਾਂ। ਮੈਂ ਰੋਟੀ ਦੀ ਬੁਰਕੀ ਮੂੰਹ ਵਿੱਚ ਨਹੀਂ ਪਾਉਣੀ, ਤੂੰ ਰੁੱਠਾ ਮੈਂ ਕਿਸੇ ਨਾ ਸੁਖਾਵੇ। ਮੈਨੂੰ ਪਤਾ ਵੀ ਜੇ ਤੂੰ ਅੱਜ ਮੈਨੂੰ ਨਹੀਂ ਗੱਲ ਸਮਝਾਏਗਾ, ਮੈਨੂੰ ਨਹੀਂ ਗੱਲ ਪੱਲੇ ਮੇਰੇ ਪਾਏਗਾ, ਤੇ ਮੈਨੂੰ ਐ ਲੱਗਣਾ ਆ ਵੀ ਮੇਰੇ ਕੋਲ ਕੋਈ ਬੰਦਾ ਤਾਂ ਆਇਆ ਸੀ ਬਹੁਤ ਸਿਆਣਾ, ਜਿਹਨੇ ਮੈਨੂੰ ਇੰਨਾ ਤੇ ਦੱਸਿਆ ਵੀ ਇਹ ਠੀਕ ਨਹੀਂ ਹੈ, ਪਰ ਠੀਕ ਕੀ ਹੈ ਇਹ ਨਹੀਂ ਦੱਸਿਆ। ਤੇ ਜੇ ਧੰਨਾ ਜੀ ਸੱਚੀ ਮੁੱਚੀ ਤੁਸੀਂ ਮੈਨੂੰ ਇਸ ਗਲਤ ਨਾਲੋਂ ਤੋੜਨਾ ਚਾਹੁੰਦੇ ਹੋ, ਫਿਰ ਠੀਕ ਕੀ ਹੈ ਮੈਨੂੰ ਉਹ ਸਮਝਾ ਦਿਓ। ਉਹ ਫਿਰ ਧੰਨਾ ਜੀ ਜਿਹੜੀ ਬਾਣੀ ਦੀ ਵਿਚਾਰ ਕਹਿੰਦਾ, ਗੁਸਾਈ ਪ੍ਰਤੱਖ ਹੋਏ, ਰੱਬ ਲੁਕਿਆ ਕਿੱਥੇ ਹੈ? ਤੇਰੇ ਅੰਦਰ ਬੈਠਾ ਆ, ਜਰਰੇ ਜਰਰੇ 'ਚ ਬੈਠਾ ਆ। ਤੂੰ ਪੱਥਰ ਨੂੰ ਭਗਵਾਨ ਮੰਨ ਲਿਆ, ਜਿਹੜਾ ਪੱਥਰ ਦਾ ਭਗਵਾਨ ਤੂੰ ਆਪ ਬਣਾਇਆ, ਪੱਥਰ ਨੂੰ ਤੂੰ ਭਗਵਾਨ ਆਪ ਮੰਨਿਆ ਹੈ, ਪਰ ਜਿਹੜੇ ਜੀਵ ਧਰਤੀ ਤੇ ਰੱਬ ਨੇ ਪੈਦਾ ਕੀਤੇ ਉਹਨੂੰ ਸ਼ੂਦਰ ਕਹਿ ਕੇ ਤੂੰ ਇਹਨਾਂ ਪੱਥਰਾਂ ਦੇ ਲਾਗੇ ਨਹੀਂ ਆਉਣ ਦਿੰਦਾ। ਇਹ ਹੈ ਰੱਬ ਦੀ ਕਰੋਪੀ, ਇਹ ਹੈ ਰੱਬ ਦਾ ਭਾਣਾ ਨਾ ਮੰਨਣਾ। ਸੋ ਰੱਬ ਤਾਂ ਜਰਰੇ ਜਰਰੇ 'ਚ ਵਸਦਾ ਆ, ਹਰ ਇੱਕ 'ਚ ਵਸਦਾ ਆ। ਉਹ ਤੁਸੀਂ ਜਿਨ੍ਹਾਂ ਨੂੰ ਅੱਜ ਤੱਕ ਦੁਰਕਾਰਦੇ ਰਹੇ ਆ, ਮੰਦਰਾਂ ਦੀਆਂ ਪੌੜੀਆਂ ਨਹੀਂ ਚੜ੍ਹਨ ਦਿੱਤਾ,